permutation under certain conditions. हाँ जी, परमोटेशन वैसे मैं तुहानूं थोड़ी होर याद करवा दा जिहड़ा असीं पहलां कीता सी। परमोटेशन का मतलब सी अरेंजमेंट्स। थोड़ी इंट्रोडक्शन दोबारा दिना मैं। अरेंजमेंट्स जिथे भी असीं चीज़ां नूं अरेंज करना है, मतलब अगे पिछे करना है, कुछ भी सिस्टम नूं चेंज करना है, तो वह अपने कोल की हुंदा सी, परमोटेशन बोलदे सी उहनूं। चाहे सैल्फ ते बुक्स अरेंज करनी है, चाहे चेयर्स ते सीट्स ते बंदे अरेंज करने हैं, ठीक है, फोटोग्राफ च बंदे अरेंज करने हैं, ये सारी जगह ते जिथे भी अरेंजमेंट आ गया आपां वो परमोटेशन कहते हैं। आपां उत्थे परमोटेशन यूज करनी है। सर्टन कंडीशन का मतलब की है, कोई ना कोई कंडीशन लग गई। कंडीशन का मतलब भी बंदे ने कहता मैं तो इत्थे ही बैठूंगा, या बंदे ने कहता मैं तो आ 2 सीटां ते चो किसी एक सीट ते बैठूंगा, मैं नहीं बाकी किसी दे बैठदा। ਤਾਂ ਸਾਡੇ ਕੋਲ ਕੀ ਕਹਿੰਦੇ ਉਹਨੂੰ ਆਪਾਂ ਸਰਟਨ ਕੰਡੀਸ਼ਨਸ। ਮੰਨ ਲਓ ਮੈਂ ਤੁਹਾਨੂੰ ਲਾਸਟ ਟਾਈਮ ਇੱਕ ਐਗਜ਼ਾਮਪਲ ਵੀ ਦਿੱਤੀ ਸੀ। ਤੁਸੀਂ ਮੰਨ ਲਓ ਟੂਰ ਅਰੇਂਜ ਕਰ ਲਿਆ, ਇੱਕ ਟੂਰ ਦੇ ਬਾਰੇ ਤੁਸੀਂ ਕਰ ਲਿਆ। ਇੱਕ ਡਰਾਈਵਰ ਹੈ, ਦੇਖੋ ਡਰਾਈਵਰ ਨੇ ਤਾਂ ਚਲਾਉਣਾ ਹੀ ਹੈ ਕਾਰ, ਗੱਡੀ ਜਾਂ ਕਾਰ ਜਿਹਦੇ 'ਚ ਹੈ। ਤਾਂ ਹੁਣ ਆਪਣੇ ਕੋਲ ਆਪਾਂ ਥੋੜੀ ਵੱਡੀ ਗੱਡੀ ਆਪਾਂ ਅਰੇਂਜ ਕਰ ਲਈ। ਮੰਨ ਲਓ ਆ ਆਪਣੇ ਕੋਲ ਵੱਡੀ ਗੱਡੀ ਹੈ ਜਿਹੜੀ ਮੈਂ ਤੁਹਾਨੂੰ ਦਿਖਾ ਰਿਹਾ, ਥੋੜੀ ਵੈਸੇ ਹੀ ਡਾਇਗਰਾਮ ਜੀ ਬਣਾ ਕੇ, ਠੀਕ ਹੈ। ਇਹ ਹੈਗੀ ਹੈ ਡਰਾਈਵਰ ਸੀਟ ਜੀ, ਇਹ ਨਾਲ ਉਹਦੇ ਜਿਹੜੇ ਬੰਦਾ ਬੈਠਦਾ ਇੱਕ ਉਹ ਸੀਟ ਹੋ ਗਈ, ਇੱਕ ਆਪਣੇ ਕੋਲ 3 ਸੀਟਾਂ ਇੱਥੇ ਹੋ ਗਈ ਆਪਣੇ ਕੋਲ, ਠੀਕ ਹੈ। ਤਿੰਨ ਹੀ ਚਲੋ ਆਪਾਂ ਇੱਥੇ ਲਗਾ ਲੈਣੇ ਆਪਾਂ। ਮੰਨ ਲਓ ਆਪਣੇ ਕੋਲ ਕੀ ਪੋਜੀਸ਼ਨਸ ਹੋ ਗਈਆਂ 1 2 3 4 5 6 7। ਹੁਣ ਤੁਸੀਂ 7 ਬੰਦੇ ਟੂਰ ਤੇ ਜਾ ਰਹੇ ਹੋ। ਜੇ ਤਾਂ ਦੇਖੋ ਕਿਸੇ ਨੇ ਕੋਈ ਪ੍ਰੋਬਲਮ ਨਹੀਂ ਹੈਗੀ, ਕਿਸੇ ਨੂੰ ਸਾਰੇ ਨੋਰਮਲ ਨੇ, ਤਾਂ ਜਿਹੜਾ ਮਰਜੀ ਜਿੱਥੇ ਮਰਜੀ ਬਹਿ ਜਾਓ, ਕੋਈ ਪ੍ਰੋਬਲਮ ਨਹੀਂ ਬਣਦੀ ਆਪਾਂ, ਠੀਕ ਹੈ। ਕੁੱਤੇ ਉੱਥੇ ਕੋਈ ਕੰਡੀਸ਼ਨ ਨਹੀਂ ਹੈਗੀ। ਜਸਟ ਆਪਾਂ ਉਹਦਾ ਪਰਮੋਟੇਸ਼ਨ ਦਾ ਕੀ ਆ ਜਾਊਗਾ 7 ਫੈਕਟੋਰੀਅਲ, ਜਾਂ ਆਪਾਂ ਕਹਿ ਲਓ 7p 7 ਫੈਕਟੋਰੀਅਲ ਆਪਾਂ ਕਹਿ ਸਕਦੇ ਹਾਂ ਇਸ, ਠੀਕ ਹੈ। 7p 7 ਵੀ ਕਹਿ ਵੀ 7 ਸੀਟਾਂ ਤੇ 7 ਬੰਦੇ ਅਸੀਂ ਅਰੇਂਜ ਕਰ ਲਏ, ਤਾਂ ਦੈਟ ਇਜ਼ 7 ਫੈਕਟੋਰੀਅਲ। ਹੁਣ ਅਸੀਂ 7 ਬੰਦੇ ਆ, ਪਰ ਜੇ ਕਿਸੇ ਨੇ ਪੰਗਾ ਖੜਾ ਕਰਤਾ, ਪੰਗਾ ਮਤਲਬ ਕੋਈ ਕਹਿੰਦਾ ਜੀ ਮੈਨੂੰ ਤਾਂ ਪਿੱਛੇ ਮੈਂ ਬਹਿੰਦਾ ਨਹੀਂ, ठीक है। पिछे ना बहन का मतलब की हो गया, वो कहता जी मैं 5 6 7 ਜਿਹੜੀਆਂ 3 सीटां ने पिछे इत्थे तो नहीं मैं बहदा। उन्होंने तो पंगा खड़ा करता। हुण उहनूं की है, जब तक पहले 4 सीटां दे नंबर जिहड़े लगे हुए 4 सीटां च किते बिठाउणा पऊगा उस बंदे नूं। पहला तो फिर असीं उहदी अरेंजमेंट करांगे। उस बंदे नूं मान लो आ फिक्स है बंदा जी, आ बंदा है, इहने कहता जी मैं तो पिछले 4 5 6 7 नंबर सीटां ते बैठदा नहीं जी। ਹੁਣ ਆਪਣੇ ਸਾਰਿਆਂ ਦੀ ਨੇਚਰ ਹੈਗੀ ਵੀ ਕੋਆਪਰੇਟ ਕਰੀਏ ਉਸ ਦੇ ਨਾਲ। ਉਹਨਾਂ ਨੂੰ ਇਹ ਤਾਂ ਕਹਿਣਾ ਨਹੀਂ ਵੀ ਬੈਠਣਾ ਬਹਿ ਜਾ, ਨਹੀਂ ਵਗ ਜਾ ਘਰੇ ਆਪਦੇ, ਇਹ ਫਿਰ ਟੂਰ ਦਾ ਹੀ ਨਹੀਂ ਮਜ਼ਾ ਆਉਣਾ। ਫਿਰ ਆਪਾਂ ਉਹਨੂੰ ਕਹਾਂਗੇ ਚੱਲ ਬੋਲ ਵੀ ਕਿੱਥੇ ਬੈਠੇਗਾ ਤੂੰ, ਬਾਕੀ ਉਹਦੇ ਕੋਲ ਆਪਸ਼ਨਸ ਦੇ ਵਿੱਚ ਹੈਗੀਆਂ 1 2 3 4 ਸੀਟਾਂ, ਬਾਕੀ ਇਹ ਹੁੰਦੇ ਸਰਟਨ ਕੰਡੀਸ਼ਨਸ। ਇਹਨੂੰ ਬੋਲਦੇ ਸਰਟਨ ਕੰਡੀਸ਼ਨਸ, ਮਤਲਬ ਬੰਦੇ ਨੇ ਕੋਈ ਕੰਡੀਸ਼ਨ ਲਗਾਤੀ ਵੀ ਮੈਂ ਤਾਂ ਇੱਥੇ ਬਹਿਣਾ ਨਹੀਂ ਜੀ, ਤਾਂ ਪਹਿਲਾਂ ਉਸ ਬੰਦੇ ਨੂੰ ਬਿਠਾਉਣਾ ਪਊਗਾ ਜੀ, क्योंकि ਉਹਦੀ ਗੱਲ ਮੰਨਣੀ ਪਊਗੀ। ਜੇ ਨਾ ਮੰਨਾਂਗੇ ਫਿਰ ਸਾਰਾ ਸਿਸਟਮ ਖਰਾਬ ਹੋ ਜਾਊਗਾ ਜੀ। ਤਾਂ ਉਹਨੂੰ ਮੰਨਣਾ ਪਊਗਾ। ਉਸ ਬੰਦੇ ਨੂੰ ਕਹਿੰਦਾ ਤੇਰੇ ਕੋਲ 4 ਸੀਟਾਂ ਨੇ ਵੀ 10 ਕਿੱਥੇ ਮਰਜੀ ਬਹਿ ਜਾ, ਤਾਂ ਉਹਦੇ ਕਿੰਨੇ ਨੰਬਰ ਆਫ ਵੇਜ਼ ਹੋ ਗਏ ਉਸ ਬੰਦੇ ਦੇ ਇਕੱਲੇ ਦੇ 4 ਨੰਬਰ ਆਫ ਵੇਜ਼ ਹੋ ਗਏ। ਹੁਣ ਪਿੱਛੇ ਕਿੰਨੇ ਬੰਦੇ ਰਹਿ ਗਏ 7 ਸੀ, ਟੋਟਲ 6 ਰਹਿ ਗਏ ਜੀ ਆਪਣੇ ਕੋਲ, ਸੀਟਾਂ ਵੀ 6 ਹੀ ਰਹਿ ਗਈਆਂ ਜੀ ਆਪਣੇ ਕੋਲ, ਠੀਕ ਹੈ। ਹੁਣ ਕੋਈ ਕੰਡੀਸ਼ਨ ਨਹੀਂ ਜੀ। ਹੁਣ ਜੇ ਕੋਈ ਬੰਦਾ ਇਹੋ ਜਿਹਾ ਹੀ ਮਿਲ ਗਿਆ ਉੱਚ ਵੀ ਮੈਂ ਤਾਂ ਬੈਠੂ ਹੀ ਪਿੱਛੇ, ਠੀਕ ਹੈ ਜੀ। ਕਈ ਵਾਰ ਇਹੋ ਜਿਹੀ ਕੰਡੀਸ਼ਨ ਵੀ ਆ ਜਾਂਦੀ ਹੈ। ਮੈਂ 6 ਸੀਟਾਂ ਦੇ ਵਿੱਚ ਆਵਾਂ ਕਿ 5 6 7 ਵਿਹਲੀ ਪਹਿਲੀ ਪਈ ਸੀ, ਕਿਉਂਕਿ ਉਹ ਬੰਦੇ ਨੇ ਜਵਾਬ ਦੇਤਾ ਸੀ ਮੈਂ ਤਾਂ ਬਹਿੰਦਾ ਨਹੀਂ। ਇੱਕ ਬੰਦਾ ਇਹੋ ਜਿਹਾ ਵੀ ਸੀ, ਉਹਦਾ ਮੈਂ ਬੈਠੂ ਹੀ ਪਿੱਛੇ ਤਿੰਨਾਂ ਚ ਇੱਕ ਚ, ਤਾਂ ਉਸ ਬੰਦੇ ਨੂੰ ਵੀ ਕਹਿਤਾ ਚੱਲ ਵੀ ਤੂੰ ਵੀ ਬਹਿ, ਤੇਰੀ ਕੰਡੀਸ਼ਨ ਵੀ ਇਸ ਤਰ੍ਹਾਂ ਮੰਨ ਲਾਣੇ, ਠੀਕ ਹੈ। ਇੱਕ ਸੀਟ ਵੀ ਖਾਲੀ, ਬਾਕੀ ਬੰਦੇ ਪਿੱਛੇ ਕਿੰਨੇ ਰਹਿ ਗਏ 5 ਜੀ, 5 ਹੀ ਸੀਟਸ ਰਹਿ ਗਏ। ਇਹਨਾਂ ਦੀ ਕੋਈ ਕੰਡੀਸ਼ਨ ਨਹੀਂ, ਇਹਦਾ ਕਹਿੰਦੇ ਸਾਡੀ ਤੁਹਾਡੀ ਮਰਜ਼ੀ, ਜਿੱਥੇ ਮਰਜ਼ੀ ਬਿਠਾ ਦਿਓ ਜੀ। ਤਾਂ ਇਹਨੂੰ ਜਾਂ ਤਾਂ 5 ਫੈਕਟੋਰੀਅਲ ਕਹਿ ਦਾਂਗੇ ਜਾਂ 5p5 ਕਹਿ ਦਾਂਗੇ,
ਆਪਦੇ ਕੋਲ ਹੀ ਵੈਸੇ ਐਗਜ਼ਾਮਪਲ ਲਈਏ, ਤੁਹਾਨੂੰ ਸਰਟਨ ਕੰਡੀਸ਼ਨ ਦਾ ਮਤਲਬ ਸਮਝਾਉਣ ਦੇ ਲਈ ਜੀ। ਬਾਕੀ ਜਿਹੜੀ ਕੰਡੀਸ਼ਨ ਦਾ ਮਤਲਬ ਇਹ ਹੈ ਵੀ ਜੇ ਕੋਈ ਬੰਦਾ ਕਿਸੇ ਚੀਜ਼ ਤੇ ਕੰਡੀਸ਼ਨ ਲਗਾਉਂਦਾ ਹੈ ਤਾਂ ਪਹਿਲਾਂ ਸਾਨੂੰ ਉਹਦੀ ਗੱਲ ਮੰਨਣੀ ਪਊਗੀ, ਫਿਰ ਅਸੀਂ ਅੱਗੇ ਵਾਲਾ ਕੰਮ ਸੋਚਾਂਗੇ ਵੀ ਕੀ ਕਰੀਏ ਕੀ ਨਾ ਕਰੀਏ। ਠੀਕ ਹੈ, ਕਿਉਂਕਿ ਅਸੀਂ ਇਹ ਨਹੀਂ ਹੋ ਸਕਦਾ ਵੀ ਪਹਿਲਾਂ ਦੂਜੇ ਦੀ ਗੱਲ ਮੰਨੀਏ ਫਿਰ ਕੰਡੀਸ਼ਨ ਵਾਲੇ ਬੰਦੇ ਦੀ ਗੱਲ ਮੰਨੀਏ। ਕਿਉਂ? ਕਿ ਜੇ ਦੂਜੇ ਵਾਲੇ ਬੰਦੇ ਨੇ ਕੰਡੀਸ਼ਨ ਹੀ ਨਾ ਪੂਰੀ ਹੋਣ ਦਿੱਤੀ ਉਹਨੇ, ਫੇਰ ਕੀ ਕਰਾਂਗੇ। ਤਾਂ ਜਿਹੜਾ ਵੀ ਕੁਐਸਚਨ ਤੁਹਾਡੇ ਕੋਲ ਆਊਗਾ ਤੁਹਾਡੇ ਸਾਹਮਣੇ, ਜੇ ਉਹਦੇ ਤੇ ਕੋਈ ਕੰਡੀਸ਼ਨ ਲੱਗੀ ਹੋਈ ਹੈ, ਪਹਿਲਾਂ ਤੁਸੀਂ ਕੰਡੀਸ਼ਨ ਦੀ ਗੱਲ ਕਰੋਗੇ। ਠੀਕ ਹੈ, ਬਾਕੀ ਦੀ ਕਿਸੇ ਦੀ ਗੱਲ ਨਹੀਂ ਕਰੋਗੇ। ਕਲੀਅਰ ਹੋ ਗਈ ਜੀ ਗੱਲ। ਇਹ ਪਈ ਆਪਣੇ ਕੋਲ ਸਰਟਨ ਕੰਡੀਸ਼ਨ ਦਾ ਮੀਨਿੰਗ ਜੀ। ਹੁਣ ਆਪਾਂ ਚੱਲਦੇ ਆ ਦੇ ਮੇਨ ਟੌਪਿਕ ਤੇ। ਜੇ ਕਿਸੇ ਨੂੰ ਡਾਊਟ ਹੈ ਇਸ ਗੱਲ 'ਚ, ਪਹਿਲਾਂ ਤਾਂ ਉਹ ਕਲੀਅਰ ਕਰ ਲਓ ਜੀ। ਕਿਸੇ ਵੀ ਸਟੂਡੈਂਟ ਨੂੰ ਨਹੀਂ ਪਤਾ ਲੱਗਿਆ ਸਰਟਨ ਕੰਡੀਸ਼ਨ ਦਾ ਕੀ ਮਤਲਬ ਹੈ ਤਾਂ ਉਹ ਕਲੀਅਰ ਕਰ ਸਕਦਾ ਜੀ, ਫਿਰ ਆਪਾਂ ਅੱਗੇ ਦੀ ਗੱਲ ਕਰਦੇ ਹਾਂ। ਚੱਲੀਏ ਫਿਰ ਆਪਣਾ ਪਹਿਲਾ ਰੂਲ, ਇੱਕ ਐਗਜ਼ਾਮਪਲ ਦੇ ਕੀ ਕਰਾਂਗੇ। ਨੰਬਰ ਆਫ ਹੋਲ ਪਰਮੋਟੇਸ਼ਨ ਆਫ n different things ਜਾਂ objects taken are at a time when a particular object is always included in each arrangement is this one। ਹੁਣ ਇਹਦਾ ਮਤਲਬ ਦੱਸਦੇ ਹਾਂ। ਹੁਣ ਮੰਨ ਲਓ ਆਪਣੇ ਕੋਲ, ਚਲੋ ਐਗਜ਼ਾਮਪਲ ਦਿੰਨੇ ਆ, 15 ਬੰਦੇ ਨੇ। ਸਮਝਾਉਣ ਦੇ ਲਈ ਇਹ ਫਾਰਮੂਲਾ ਮੈਂ ਬਾਅਦ ਚ ਦੱਸਦਾ। ਉਹਨਾਂ ਚ ਆਪਾਂ 11 ਦੀ ਕ੍ਰਿਕਟ ਦੀ ਟੀਮ ਬਣਾਉਣੀ ਹੈ ਜੀ। ਅਸੀਂ 11 ਆਪਾਂ ਅਰੇਂਜ ਕਰਨੇ ਕ੍ਰਿਕਟ ਦੀ ਟੀਮ ਦੇ ਵਿੱਚ, ਜਾਂ ਅਰੇਂਜ ਕਰਨੇ ਕਿਸੇ ਸੀਟ ਦੇ, ਲਾ ਲਓ ਸੀਟਾਂ ਲੱਗੀਆਂ ਹੋਈਆਂ 11 ਅਸੀਂ ਅਰੇਂਜ ਕਰਨੀਆਂ ਜੀ। ਸਾਡੇ ਕੋਲ ਇੱਕ ਦੀ ਬੰਦੇ ਦੀ ਆਈ ਹੋਈ ਹੈ ਸਿਫਾਰਿਸ਼ ਵੀ ਇਸ ਬੰਦੇ ਨੂੰ ਤਾਂ ਤੁਸੀਂ ਜ਼ਰੂਰ ਅਰੇਂਜਮੈਂਟ ਚ ਲੈਣਾ ਹੀ ਲੈਣਾ, ਇਹਨੂੰ ਤਾਂ ਜ਼ਰੂਰ ਕੋਈ ਨਾ ਕੋਈ ਸੀਟ ਦੇਣੀ ਹੈ, ਵੀ ਐਵੇਂ ਨਹੀਂ ਹੈਗਾ ਵੀ ਤੁਸੀਂ ਇਹਨੂੰ ਛੱਡ ਦੋ। ਦੈਟ ਇਜ਼ ਅ ਪਾਰਟੀਕੂਲਰ, ਉਹਨੂੰ ਪਾਰਟੀਕੂਲਰ ਬੰਦਾ ਬੋਲਦੇ ਵੀ ਇਹ ਪਾਰਟੀਕੂਲਰ ਬੰਦਾ ਕੋਈ VIP ਦੀ ਸਿਫਾਰਿਸ਼ ਹੈ ਵੀ ਇਸ ਨੂੰ ਤਾਂ ਇਹਨਾਂ ਨੂੰ ਸੀਟਿੰਗ ਅਰੇਂਜਮੈਂਟ 'ਚ ਤੁਸੀਂ ਲੈਣਾ ਹੀ ਲੈਣਾ ਹੈ। ਤਾਂ ਅਸੀਂ ਉਸ ਨੂੰ ਪਹਿਲਾਂ ਉਸ ਨੂੰ ਕਿਹਾ ਵੀ ਤੂੰ ਆਇਆ ਕਾਕਾ, 15 ਚੋਂ ਇੱਕ ਨੂੰ ਬਾਹਰ ਕੱਢ ਲਿਆ ਜੀ ਅਸੀਂ, ਤੂੰ ਬੈਠ ਜਿੱਥੇ ਬੈਠਦਾ। ਉਹੀ ਗੱਲ ਉੱਪਰ ਵਾਲੀ ਗੱਲ ਹੀ ਹੋ ਗਈ, ਤੂੰ ਬੈਠ। ਉਹਦੇ ਕੋਲ ਕਿੰਨੀਆਂ ਆਪਸ਼ਨਸ ਨੇ? ਉਹਦੇ ਕੋਲ ਆਪਸ਼ਨਸ ਹੈਗੀਆਂ 11 ਸੀਟਾਂ ਲੱਗੀਆਂ ਹੋਈਆਂ ਨੇ, 11 ਆਪਸ਼ਨਸ ਹੋ ਗਈਆਂ ਉਹਦੇ ਕੋਲ, ਉਸ ਇਕੱਲੇ ਬੰਦੇ ਕੋਲ, ਮਤਲਬ 8 ਆਪਸ਼ਨਸ ਹੋ ਗਈਆਂ। ਉਸ ਨਾਲ ਜਰਨਲ ਗੱਲ ਕਰਨੀ ਹੈ ਜੀ। ਤਾਂ ਟੋਟਲ ਚ ਕਿੰਨੀਆਂ ਰਹਿ ਗਈਆਂ? 15 - 1 14 ਬੰਦੇ ਰਹਿ ਗਏ ਹੁਣ ਸਾਡੇ ਕੋਲ। ਇਹਦਾ ਮਤਲਬ n - 1 ਬੰਦੇ ਰਹਿ ਗਏ ਸਾਡੇ ਕੋਲ। ਸੀਟਾਂ ਕਿੰਨੀਆਂ ਰਹਿ ਗਈਆਂ? 10। ਇੱਕ ਘਟ ਗਈ, ਜਿਹੜਾ ਉਹ ਬੰਦਾ ਸੀ ਉਹ ਤਾਂ ਬਹਿ ਗਿਆ ਆਪਦਾ, ਤਾਂ ਸੀਟਾਂ ਰਹਿ ਗਈਆਂ 10। ਮਤਲਬ ਸਾਡੇ ਕੋਲ ਸੀਟਾਂ ਕਿੰਨੀਆਂ ਰਹਿ ਗਈਆਂ? r - 1। ਹੁਣ ਉਹੀ ਗੱਲ ਉਹਨੂੰ ਕਹਿੰਦੇ ਵੀ ਆਪਣੇ ਕੋਲ ਕੀ ਹੈ, ਜਿਹੜੇ 10 ਬੰਦੇ ਨੇ, 14 ਬੰਦੇ ਨੇ, 10 ਸੀਟਾਂ ਤੇ ਆਪਾਂ ਅਰੇਂਜ ਕਰਨੇ 14p 10 ਹੋ ਗਏ, ਮਤਲਬ n - 1 p r - 1 ਹੋ ਗਈ। ਤਾਂ ਆਪਣੇ ਕੋਲ ਇਹ ਹੋ ਗਈ ਸਾਡੇ ਕੋਲ ਅਰੇਂਜਮੈਂਟ ਜਿਨ੍ਹਾਂ ਦੀ। ਇਸ ਤਰ੍ਹਾਂ ਨਾਲ ਮੈਂ ਇੱਕ ਐਗਜ਼ਾਮਪਲ ਤੇ ਫਾਰਮੂਲਾ ਦੱਸਦਾ ਇਸ ਤੁਹਾਡੇ ਕੋਲ। n - 1 ਦਾ ਮਤਲਬ 15 - 1, r - 1 ਦਾ ਮਤਲਬ 11 - 1। ਤੇ ਇੱਕ ਸੀਟ ਘਟ ਗਈ, ਇੱਕ ਬੰਦਾ ਘਟ ਗਿਆ। ਚਲੋ ਜੀ ਆਪਣੇ ਕੋਲ ਅਰੇਂਜਮੈਂਟ ਹੋ ਗਈ। ਜੇ ਕਿਸੇ ਨੂੰ ਡਾਊਟ ਲੱਗਦਾ ਤਾਂ ਦੱਸੋ ਜੀ। ਚਲੋ ਜੀ ਨੈਕਸਟ ਜੀ। ਹੁਣ ਉਲਟਾ ਕੰਮ ਹੋ ਗਿਆ ਜੀ। n ਬੰਦੇ ਨੇ, r ਸੀਟਾਂ ਨੇ, ਮੰਨ ਲਓ ਵੀ 15 ਬੰਦੇ ਨੇ, 11 ਸੀਟਾਂ ਨੇ ਜੀ ਮੰਨ ਲਓ। ਇੱਕ ਪਾਰਟੀਕੂਲਰ ਬੰਦਾ ਹੈ, ਸਿਫਾਰਿਸ਼ ਉਲਟ ਆ ਗਈ ਵੀ ਇਹ ਬੰਦੇ ਦਾ ਤੁਸੀਂ ਰੱਖਣਾ ਨਹੀਂ ਹੈਗਾ ਜੀ। ਮੈਂ ਹੁਣ ਸਟੇਟਮੈਂਟ ਪੜ੍ਹਦਾ। ਨੰਬਰ ਆਫ ਪਰਮੋਟੇਸ਼ਨਸ ਆਫ ਦਾ n distinct objects taken are at a time when a particular object is never taken in each arrangement। ਮੈਂ ਕਹਿੰਦਾ ਤੁਸੀਂ ਇਸ ਬੰਦੇ ਨੂੰ ਲੈਣਾ ਹੀ ਨਹੀਂ ਜੀ ਅਰੇਂਜਮੈਂਟ ਦੇ ਚ। ਹੁਣ ਉਲਟਾ ਕੰਮ ਹੋ ਗਿਆ ਜੀ ਸਾਡਾ, ਵੀ ਤੁਸੀਂ ਇਹਨੂੰ ਭੁੱਲ ਜਾਓ ਜੀ। ਮਤਲਬ ਉਸ ਬੰਦੇ ਨੂੰ ਕਿਹਾ ਵੀ ਆਇਆ ਕਾਕਾ ਤੂੰ ਤਾਂ ਬਾਹਰ, ਤੂੰ ਤਾਂ ਜਾ ਘਰੇ, ਤੇਰੀ ਤਾਂ ਗੱਲ ਹੀ ਨਹੀਂ ਹੈਗੀ ਸਾਡੇ ਨਾਲ। ਬੰਦੇ ਕਿੰਨੇ ਰਹਿ ਗਏ? 14, ਮਤਲਬ n - 1। ਸੀਟਾਂ ਤਾਂ ਉਨੀ ਹੀ ਹੈ, ਸੀਟਾਂ 'ਚ ਤਾਂ ਕੋਈ ਫਰਕ ਨਹੀਂ ਪਈ, 11 ਦੇ 11 ਸੀਟਾਂ ਰਹਿ ਗਈਆਂ। ਤਾਂ 14 ਬੰਦਿਆਂ ਨੂੰ 11 ਸੀਟਾਂ ਤੇ ਅਸੀਂ ਕੀ ਕਰਤਾ? ਅਰੇਂਜ ਕਰਤਾ। ਮਤਲਬ n - 1 ਬੰਦਿਆਂ ਨੂੰ, ਸੌਰੀ ਪਰਮੋਟੇਸ਼ਨ, n - 1 ਬੰਦਿਆਂ ਨੂੰ r ਸੀਟਾਂ ਤੇ ਕੀ ਕਰਤਾ ਸੀ? ਅਰੇਂਜ ਕਰਤਾ। ਸਾਡਾ ਇਹ ਕੰਮ ਸੀ। ਆਹ ਗੱਲਬਾਤ ਹੋ ਗਈ। ਆਹ ਨੈਕਸਟ ਫਾਰਮੂਲਾ ਸੀ ਬਣਾਤਾ। ਜੇ ਕਿਸੇ ਨੂੰ ਡਾਊਟ ਲੱਗਦਾ ਤਾਂ ਦੱਸ ਦਿਓ ਜੀ। ਇਹ ਦੂਸਰਾ ਫਾਰਮੂਲਾ ਤਿਆਰ ਹੋ ਗਿਆ ਸਾਡੇ ਕੋਲ, ਕਿਉਂਕਿ ਕੁਝ ਟਾਈਮ ਪਹਿਲਾਂ ਗੈਪ ਪੈ ਗਈ ਥੋੜਾ, ਸ਼ਾਇਦ ਤੁਹਾਨੂੰ ਥੋੜੀ ਦਿੱਕਤ ਆ ਰਹੀ ਹੋਗੀ, ਪਰ ਮੈਂ ਤਾਂ ਹੀ ਸਟਾਰਟਿੰਗ ਤੋਂ ਤੁਹਾਨੂੰ ਥੋੜੀ ਅਰੇਂਜਮੈਂਟਸ ਬਾਰੇ ਗੱਲ ਦੱਸੀ ਸੀ ਵੀ ਤੁਹਾਨੂੰ ਸਾਰੀ ਗੱਲ ਦਿਮਾਗ 'ਚ ਵੜ ਜੇ ਤੁਹਾਡੇ।
हाँ जी दसो जी, कोई डाउट है तो दसो इन्होंने दो फॉर्मूले फिर आप अगले ते चलते हैं। नैक्सट पेज ते चलते हैं, स्क्रीनशॉट लेना किसी स्टूडेंट ने ले लो। हाँ जी थर्ड मैथड, मैं हुण दो फॉर्मूले थर्ड ते फोर्थ इकट्ठा ही समझाऊंगा ही तुहानूं बड़े वधिया तरीके नाल तुहानूं समझो। रैपीटिशन की गल चलूगी हुण साडे कोल। कई बार कोई लैटर या कोई वर्ड दे विचों लैटर कड्ढने जां वैसे ही लैटर्स दित्ते ने, रिपीटड लैटर हुंदे ने, ओहदे इक्को नाल दे कई तरह के लैटर्स हुंदे ने। जिवें ते थर्ड ते फोर्थ की गल चल रही है, दोनों फॉर्मूले जे तुहाडे कोल असाइनमेंट सामने पई है। नंबर ऑफ म्यूचुअली डिस्टिंग्विशेबल परमोटेशंस ऑफ n थिंग्स टेकन ऑल एट ए टाइम, सारियां एक बार च ही लैनी है। वो विच आर अलाइक, वो वन काइंड, मतलब कि पी इस तरह की एक तरह दी पी ने, दूसरे तरह दी क्यू ने। मतलब आप मैं तुहानूं एक एग्जाम्पल याद हो की दित्ती सी, आपां कुछ फ्रूट्स लै लए, मान लो आप 10 पीस लै लए फ्रूट्स के, जिन्हां दे विच मैं 2 सेब लै लए, एप्पल कह लो, 4 बनानास लै लए, ठीक है, 4 ऑरेंजेस लै लए, ठीक है। मतलब रिपीटेड चीज़ां, 2 एप्पल भी रिपीट कर गए, 4 बनाना भी मग इक्को तरह के हो गए, 4 ऑरेंज भी हो गई। क्लीयर ना। तो यदि परमोटेशन का फॉर्मूला की होगा 10 फैक्टोरियल टोटल परमोटेशन, जिहड़े रिपीट करते हैं उन्होंने डिवाइड कर दो, 10 फैक्टोरियल अपॉन 2 फैक्टोरियल एंड 4 फैक्टोरियल एंड 4 फैक्टोरियल। बुक ਦੇ ਵਿੱਚ ਤੁਸੀਂ ਦੇਖ ਰਹੇ ਹੋਗੇ ਉੱਥੇ ਨਾ p + q ਇੱਕ n ਲਿਖਿਆ ਹੋਇਆ ਹੈ। ਉਹਦਾ ਮਤਲਬ ਇਹ ਹੈ ਵੀ ਜਿਹੜੀਆਂ ਚੀਜ਼ਾਂ ਦਾ ਟੋਟਲ ਹੈ ਉਨੀ ਬਣਨੀਆਂ ਚਾਹੀਦੀਆਂ ਜਿੰਨੀਆਂ ਟੋਟਲ ਨੇ। ਦੇਖੋ ਕਿੰਨੇ ਆ, 2 + 4 6, 6 + 4 10, ਠੀਕ ਹੈ। ਇਹ ਕੋਈ ਜ਼ਰੂਰੀ ਨਹੀਂ, फोर्थ ਪਾर्ट ਇਹ ਤੋਂ ਥੋੜਾ ਡਿਫਰੈਂਟ ਸੀ। ਉਹ ਡਿਫਰੈਂਟ ਕੀ ਸੀ, ਮੰਨ ਲਓ 10 ਚੀਜ਼ਾਂ ਨੇ, ਚਲੋ ਪਹਿਲਾਂ ਮੈਂ ਇਹ ਦੱਸਦਾ, n ਪੀਸ ਨੇ, p ਇੱਕ ਤਰ੍ਹਾਂ ਦੇ ਸੀ, q ਇੱਕ ਤਰ੍ਹਾਂ ਦੇ ਸੀ, ਟੋਟਲ p + q ਕੀ ਹੋ ਗਿਆ n। ਇਹ ਤਾਂ ਸੀ ਥਰਡ ਪਾर्ट। फोर्थ पार्ट ਦੇ ਵਿੱਚ ਕੀ ਸੀ, 10 पीस असी लै ले फ्रूट्स के, जिन्हां च 4 और बनाना सी, ठीक है जी, 3 अपने को एप्पल सी, 1 एक टाइप का सी जी, 1 एक होर टाइप का सी, 1 एक होर टाइप का सी। मान लो एक ऑरेंज ला लो, एक किन्नू लगा लो, एक चीकू लगा लो, एवें लगा लो। बुक वाले ने आख्या सी टोटल जिहड़े थर्ड के अकॉर्डिंग देखे टोटल 10 बन गए, हाँ जी बन गए। हुण इहदी परमोटेशन अकॉर्डिंग टू द उपर थर्ड के अकॉर्डिंग 4 फैक्टोरियल, 3 फैक्टोरियल, 1 फैक्टोरियल, 1 फैक्टोरियल, 1 फैक्टोरियल। थर्ड के अकॉर्डिंग तो यह बनना चाहिए, पर फोर्थ असीं ये कह दें भी आ 1 1 ने जिहड़े ना, इन्हां दी लोड़ नहीं हैगी, तुसीं ये लगाया ही ना करो, इहनूं छड्ड दो। अगे कल्ला 10 फैक्टोरियल, 4 फैक्टोरियल एंड 3 फैक्टोरियल लगा लो। जरूरी नहीं है जो सिंगल सिंगल बंदे उन्होंने बारे दिखाना, क्योंकि वह इफेक्ट नहीं कोई है करके थर्ड ते फोर्थ जो फॉर्मूला से सेम सी जी अपने को। जे कले देखो इन्हें लाइन की लिखी हुई है फोर्थ मैं नाल नाल ताइयों पढ़ा रहे हैं। नंबर ऑफ परमोटेशन ऑफ n थिंग्स, वो विच p आर अलाइक, p एक तरह के ने, q दूजी तरह के ने, रिमेनिंग ऑल आर डिस्टिंक्ट, बाकी जेडे रह गए वो अलग एक एक पीस ही ने, अलग अलग ने, मतलब ऑल आर डिस्टिंक्ट। क्लीयर हो गई जी गल, ठीक है। हुण इह ते एक एग्जाम्पल भी दी हुई है असीं नाल असाइनमेंट च एप्पल वर्ड दे नाल भी इहनूं अरेंज करना है। टोटल लैटर 5 ने, पी कल्ला रिपीट करदा, कल्ला वो लिख लिया आपां 2 फैक्टोरियल जी। ये एप्पल वर्ड की सैटिंग हो गई। हाँ जी ये सी सर्टन कंडीशन की गल। जे स्टूडेंट नूं किसी नूं डाउट है तो पहला वो क्लीयर कर लो जी, कई बार कोई गल समझ नहीं आती। स्क्रीनशॉट भी लै ली, बस आप थोड़ा होर कर दें हाले परमोटेशन का टॉपिक। ये तो सौखी है जी असी गल n चीज़ा ने n ही अरेंज करनी है, मतलब 5 बंदे ने 5 सीटां ते बिठाने ने, तो NPN हो गई या n फैक्टोरियल हो गई, NPN या n फैक्टोरियल हो गई। n थिंग्स आर अरेंज्ड इन सच ए वे आर पर्टिकुलर थिंग्स ऑलवेज कम टूगैदर। ये असीं कीता सी लास्ट टाइम, दोबारा देखो जी। n चीज़ा ने जी, उहदे आर पर्टिकुलर यह जिहियां इकट्ठियां होनियां चाहीदियां, ठीक है। नोट नसैसरली इन द सेम ऑर्डर, बाकी जरूरी नहीं है कहता सेम ऑर्डर च होण,
ਤਾਂ ਨੰਬਰ ਆਫ ਅਰੇਂਜਮੈਂਟਸ ਆਰ ਦਿਸ वन। ਜਿਵੇਂ ਮੰਨ ਲਓ 10 ਸਟੂਡੈਂਟਸ ਲਗਾ ਲਓ, 10 ਸਟੂਡੈਂਟਸ ਨਹੀਂ, ਉਹ ਚ 3 ਸਟੂਡੈਂਟ ਬੈਸਟ ਫਰੈਂਡ ਨੇ, ਉਹ ਕਹਿੰਦੇ ਅਸੀਂ ਤਾਂ ਜਿੱਥੇ ਬੈਠਾਂਗੇ ਇਕੱਠੇ ਬੈਠਾਂਗੇ, ਅਸੀਂ ਨਹੀਂ ਅੱਡ ਅੱਡ ਬੈਠਦੇ। ਹਾਂ ਇਹ ਕੋਈ ਰੋਲਾ ਨਹੀਂ, ਕਹਿੰਦਾ ਜਿਵੇਂ ਮਰਜ਼ੀ ਬਿਠਾ ਦਿਓ ਅੱਗੇ ਪਿੱਛੇ ਕਰਕੇ, ਪਰ ਬੈਠਾਂਗੇ ਅਸੀਂ 3 ਇਕੱਠੇ। ਜਿਵੇਂ ਉਹਨੇ ਵਰਡ ਯੂਜ਼ ਕੀਤਾ ਨੋਟ ਨੈਸੈਸਰਲੀ ਇਨ ਦਾ ਸੇਮ ਆਰਡਰ, ਇਹਦਾ ਮਤਲਬ ਹੈ ਜਿਵੇਂ ਮਰਜ਼ੀ ਅਸੀਂ ਅੱਗੇ ਪਿੱਛੇ ਬਿਠਾ ਦਿਓ ਸਾਨੂੰ, ਠੀਕ ਹੈ, ਸਾਨੂੰ ਉਹਦਾ ਕੋਈ ਰੋਲਾ ਨਹੀਂ। ਕਹਿੰਦਾ ਮਤਲਬ ਜਿਹੜੇ 3 ਸੀ ਮਕੇ, ਉਹ ਕਹਿੰਦੇ ਸਾਨੂੰ ਜਿਵੇਂ ਮਰਜ਼ੀ, ਅਸੀਂ ਉਹ 3 ਨੂੰ ਪਹਿਲਾਂ ਬਿਠਾਤਾ ਵੀ ਤੁਸੀਂ ਤਾਂ ਬੈਠੋ ਵੀ, ਉਹ ਚ ਹੋਗੀ 3 ਫੈਕਟੋਰੀਅਲ ਜੀ। ਹੁਣ ਇਹ 3 ਨੂੰ 1 ਕਾਊਂਟ ਕਰ ਲਿਆ, ਬਾਕੀ ਪਿੱਛੇ ਕਿੰਨੇ ਰਹਿ ਗਏ ਸੀ, 7 ਰਹਿ ਗਏ ਸੀ, 1 ਤੇ 7 ਕਿੰਨੇ ਹੋ ਗਏ 8, ਤਾਂ ਉਹਨਾਂ ਨੂੰ ਫੇਰ ਬਿਠਾਤਾ, ਕਿਉਂਕਿ ਉਹ ਜਿਹੜੇ 3 ਸੀ ਉਹ ਇਕੱਠੇ ਹੀ ਜਾਣਗੇ ਜਿੱਥੇ ਜਾਣਗੇ, ਠੀਕ ਹੈ, 7 ਦੇ ਵਿੱਚ ਕਿਤੇ ਇਕੱਠੇ ਹੀ ਬੈਠਣਗੇ। ਮਤਲਬ ਇੱਥੇ ਕੁਐਸਚਨ ਦੇ ਅਕੋਰਡਿੰਗ ਕੀ n ਟੋਟਲ ਸੀ, r ਕਹਿੰਦੇ ਅਸੀਂ ਤਾਂ ਇਕੱਠੇ ਬੈਠਾਂਗੇ, r ਫੈਕਟੋਰੀਅਲ ਤਾਂ ਹੋ ਗਈ ਉਹਨਾਂ ਦੀ, ਪਿੱਛੇ ਰਹਿ ਗਏ ਸੀ n r, ਇੱਕ ਇਹ ਕਾਊਂਟ ਕੀਤਾ, ਇੱਕ n r ਇਹ ਹੋ ਗਏ, ਤਾਂ ਇਹਨਾਂ ਦੀ ਕੀ ਹੋ ਗਈ n r + 1 ਹੋ ਗਈ। ਇਹ ਫਾਰਮੂਲਾ ਤੁਹਾਡੇ ਸਾਹਮਣੇ ਲਿਖਿਆ ਹੋਇਆ ਜੀ। ਕਲੀਅਰ ਹੋ ਗਿਆ ਕਿ ਡਾਊਟ ਹੈ ਜੀ ਇਸ ਕੇਸ 'ਚ ਦੱਸੋ। ਫਿਰ ਆਪਾਂ ਦੂਜਾ ਕੇਸ ਕਰਦੇ ਬਿਲਕੁਲ ਰਿਪੀਟ ਕਰ ਦੋ। ਮਤਲਬ ਇਹਦੇ 'ਚ ਕੀ ਸੀ, 10 ਬੰਦੇ ਸੀ, ਮੰਨ ਲਓ A B C D ਮੰਨ ਲੈਣੇ ਆਪਾਂ, 10 ਲੜਕੀਆਂ 10 ਸਟੂਡੈਂਟ, ਚਲੋ ਬਾਹਲੇ ਨਹੀਂ 5 ਕਰ ਲਓ ਜੀ, ਜਿਸ ਨੂੰ ਔਖਾ ਲੱਗਦਾ 6 ਕਰ ਲੈਣੇ ਚਲੋ। ਉਹ 'ਚ C ਤੇ D ਇਹ ਕਹਿੰਦੇ ਨੇ ਅਸੀਂ ਇਕੱਠੇ ਬੈਠਾਂਗੇ ਜਿੱਥੇ ਬੈਠਾਂਗੇ, ਠੀਕ ਹੈ, ਬਿਠਾ ਜਿਵੇਂ ਮਰਜ਼ੀ ਤੋਂ ਕਹਿੰਦੇ ਸਾਨੂੰ, ਚਾਹੇ C ਨੂੰ ਪਹਿਲਾਂ ਬਿਠਾ ਦਿਓ ਫਿਰ D ਨੂੰ ਬਿਠਾ ਲਾ, ਚਾਹੇ D ਨੂੰ ਪਹਿਲਾਂ ਬਿਠਾ ਦਿਓ, ਤਾਂ ਇਹਨਾਂ CD ਦੀ ਆਪਣੇ ਕੋਲ ਇੱਕ ਪਰਮੋਟੇਸ਼ਨ ਹੋ ਗਈ 2 ਫੈਕਟੋਰੀਅਲ ਜੀ, ਵੀ C ਅੱਗੇ ਵੀ ਹੋ ਸਕਦਾ ਪਿੱਛੇ ਵੀ ਹੋ ਸਕਦਾ, ਇਸ ਕਰਕੇ ਉਹ 2 ਇਹਨੂੰ 1 ਮੰਨ ਲਿਆ ਇਕੱਠੇ ਨੂੰ, CD ਨੂੰ ਵੀ ਜਿਵੇਂ ਵੀ ਬੈਠਣਗੇ ਇਕੱਠੇ 1 ਮੰਨ ਲਿਆ ਉਹਨੂੰ, ਵੀ ਜਿੱਥੇ ਵੀ ਜਾਣਗੇ ਇਕੱਠੇ ਜਾਣਗੇ, 1 2 3 4 5। ਹੁਣ 5 ਚੀਜ਼ਾਂ ਹੋ ਗਈਆਂ, 4 ਤਾਂ ਲੈਟਰ ਹੀ ਹੋ ਗਏ, ਇੱਕੋ ਇਕੱਠੇ ਹੋ ਗਏ, ਕਿਤੇ ਮਰਜ਼ੀ ਅੱਗੇ ਪਿੱਛੇ ਬੈਠੇ, ਤਾਂ 5 ਆਪਣੇ ਕੋਲ 5 ਫੈਕਟੋਰੀਅਲ ਹੋ ਗਏ ਸਾਡੇ ਕੋਲ। ਇਸ ਫਾਰਮੂਲੇ ਪੁੱਟ ਕਰਕੇ ਦੇਖ ਲਓ, ਚਾਹੇ r ਦੀ ਵੈਲਿਊ ਕਿੰਨੀ ਸੀ 2, n ਦੀ ਵੈਲਿਊ ਕਿੰਨੀ ਸੀ ਸਾਡੇ ਕੋਲ, ਕਿੰਨੇ ਸੀ ਟੋਟਲ 6, ਤਾਂ ਇੱਥੇ ਆਪਣੇ ਕੋਲ 2 ਫੈਕਟੋਰੀਅਲ ਹੋ ਗਈ, 6 - 2 + 1, ਤਾਂ ਆਪਣੇ ਕੋਲ ਕਿੰਨਾ ਹੋ ਗਿਆ 2 ਫੈਕਟੋਰੀਅਲ 5, ਤੇ ਬਿਲਕੁਲ ਸੇਮ ਆ। ਹੁਣ ਦੇਖੋ ਇਹ ਕਲੀਅਰ ਹੋ ਗਿਆ ਕਿ ਨਹੀਂ ਹੋ ਗਿਆ। ਹਾਂਜੀ ਕਲੀਅਰ ਹੋ ਗਿਆ। ਜਿਹੜਾ 2 ਫੈਕਟੋਰੀਅਲ ਹੈ ਜਾਂ 3 ਫੈਕਟੋਰੀਅਲ ਹੈ ਜਾਂ r ਫੈਕਟੋਰੀਅਲ, ਇਹਦਾ ਮਤਲਬ ਹੈਗਾ ਵੀ ਅੱਗੇ ਪਿੱਛੇ ਜਿਵੇਂ ਮਰਜ਼ੀ ਉਹਨਾਂ ਨੂੰ ਬਿਠਾ ਸਕਦਾ, ਬੈਠਾਂਗੇ ਤੇ ਇਕੱਠੇ ਅਸੀਂ, ਚਾਹੇ ਸੱਜੇ ਖੱਬੇ ਉੱਪਰ ਨੀਚੇ ਬੈਠਾ ਹੀ ਇਕੱਠੇ। ਦੇਖੋ ਉਹਨੇ ਆਖਿਆ ਨੋਟ ਨੈਸੈਸਰਲੀ ਇਨ ਦਾ ਸੇਮ ਆਰਡਰ, ਅਗਲੇ 'ਚ ਇਹ ਲਾਈਨ ਹੈ ਨਹੀਂ, ਉਹ 'ਚ ਆਖਿਆ ਨੈਸੈਸਰਲੀ ਇਨ ਦਾ ਸੇਮ ਆਰਡਰ, ਉਹਦਾ ਮਤਲਬ ਕੀ ਹੈ ਵੀ ਜੇ ਪਹਿਲਾਂ C ਤੇ D ਐ ਪੈਣ ਤਾਂ ਐਂ ਹੀ ਰਹਿਣਗੇ, ਐ ਨਹੀਂ ਹੈਗਾ D ਅੱਗੇ ਆ ਜੂ C ਪਿੱਛੇ ਆ ਜਾਊਗਾ, ਸਮਝ ਗਏ ਗੱਲ, ਵੀ ਮਤਲਬ ਨੋਟ ਵੀ ਜਿਵੇਂ ਸਾਡਾ ਆਰਡਰ ਪਹਿਲਾਂ ਹੈ ਉਵੇਂ ਹੀ ਰੱਖਾਂਗੇ, ਜਾਂ ਅਸੀਂ ਨਹੀਂ ਅੱਗੇ ਪਿੱਛੇ ਹੁੰਦੇ, ਠੀਕ ਹੈ, ਵੀ ਅਸੀਂ ਉਵੇਂ ਹੀ ਬੈਠਾਂਗੇ, ਤਾਂ ਜਿਹੜੀ ਆ ਪਰਮੋਟੇਸ਼ਨ ਇਹ ਕੈਂਸਲ ਹੋ ਜੂਗੀ, ਆ ਕੱਟੀ ਜਾਊਗੀ, ਬਾਕੀ ਸੇ ਕਿਉਂਕਿ ਉਹਨਾਂ ਦੀ ਆਪਸੀ ਅਰੇਂਜਮੈਂਟ ਖਤਮ ਹੋ ਗਈ, ਆਪਸ 'ਚ ਨਹੀਂ ਹਿਲਾ ਸਕਦੇ ਅਸੀਂ ਉਹਨਾਂ ਨੂੰ, ਇਹ ਅਸੀਂ ਆਪਸ ਵਿੱਚ ਨਹੀਂ ਹਿਲਾ ਸਕਦੇ ਉਹਨਾਂ ਨੂੰ, ਤਾਂ ਆਪਸੀ ਅਰੇਂਜਮੈਂਟ ਉਹਨਾਂ ਦੀ ਕੀ ਹੋ ਗਈ, ਖਤਮ ਹੋ ਗਈ। ਸਾਡੀ ਗੱਲ ਕਲੀਅਰ ਹੋ ਗਈ ਸਾਡੀ, ਮੇਰਾ ਖਿਆਲ ਤੁਹਾਨੂੰ ਕੋਈ ਡਾਊਟ ਲੱਗਦਾ ਤਾਂ ਦੱਸੋ ਜੀ। ਸੈਕਿੰਡ ਕੇਸ ਦੀ ਗੱਲ ਕਰ ਰਹੇ ਹਾਂ, ਚਲੋ ਚੱਲੀਏ ਜੀ ਅੱਗੇ, ਸਕਰੀਨਸ਼ਾਟ ਲੈਣਾ ਲੈ ਲਓ। ਹਾਂਜੀ ਅਗਲਾ ਕੁਐਸਚਨ ਵੀ ਕੀਤਾ ਸੀ, ਆਹੀ ਸੀ ਲਾਸਟ ਕੁਐਸਚਨ ਅਸੀਂ ਕੀਤਾ ਸੀ ਲਾਸਟ ਟਾਈਮ। in particles are arranged in such a way that two particular things never come together, number of arrangements is n - 2 into n - 1 factorial, ਇਹ ਪ੍ਰੂਵ ਕਰਨਾ ਹੈ। ਦੇਖੋ n ਚੀਜ਼ਾਂ ਨੇ, 2 ਚੀਜ਼ਾਂ ਇਹੋ ਜਿਹੀਆਂ ਨੇ ਜਿਨ੍ਹਾਂ ਨੂੰ ਕਹਿੰਦਾ ਇਕੱਠੇ ਨਹੀਂ ਆਉਣਾ, ਅਸੀਂ ਉਲਟ ਮੰਨ ਲਿਆ, ਪਹਿਲਾਂ ਟੋਟਲ ਪਰਮੋਟੇਸ਼ਨ ਹੋ ਗਈ n ਫੈਕਟੋਰੀਅਲ ਸਾਡੀ, ਫਿਰ ਅਸੀਂ ਉਹ ਕਹਿੰਦਾ 2 ਚੀਜ਼ਾਂ ਇਕੱਠੀਆਂ ਆਣਗੀਆਂ, ਇਹਦੀ ਹੋ ਗਈ 2 ਫੈਕਟੋਰੀਅਲ, ਪਿੱਛੇ ਕਿੰਨੀਆਂ ਰਹਿ ਗਈਆਂ ਚੀਜ਼ਾਂ n - 2, ਫਿਰ ਆਪਾਂ ਇਹਨੂੰ 1 ਮੰਨਦੇ ਹਾਂ, ਬਾਕੀ ਚੀਜ਼ਾਂ ਆ ਰਹਿ ਗਈਆਂ, ਕਿੰਨੀਆਂ ਹੋ ਗਈਆਂ ਟੋਟਲ ਚੀਜ਼ਾਂ n - 2 + 1, ਮਤਲਬ n - 1 ਆ ਗਈਆਂ, ਇਹ ਇਕੱਠੇ ਬੈਠਣ ਦੀ ਆ ਗਈ ਜਿਹਨਾਂ ਦੀ ਕਮਸ ਟੂਗੈਦਰ, ਇਕੱਠੇ ਬੈਠਣ ਦੀ ਆ ਗਈ, ਆ ਜਿਹੜੀ ਪਰਮੋਟੇਸ਼ਨ ਆ ਗਈ ਜਿਹੜੀ ਹੁਣੇ ਕਰਕੇ ਆਏ ਪਿਛਲੇ ਪੇਜ ਤੇ, ਕਮਸ ਟੂਗੈਦਰ,
ਇਕੱਠੇ ਬੈਠਣ ਟੋਟਲ ਚੋਂ ਆਪਾਂ ਮਾਈਨਸ ਕਰ ਦੋ ਟੋਟਲ ਚ ਅਸੀਂ ਮਾਈਨਸ ਕਰ ਦੋ ਤੇ ਇਹ ਕੀ ਹੋ ਗਿਆ ਸਾਡੇ ਕੋਲ ਕਾਮਨ ਲੈਣ ਲਈ ਇਹਨੂੰ ਪਹਿਲਾਂ ਬ੍ਰੇਕ ਕਰਤਾ ਜੀ n-1 ਫੈਕਟੋਰੀਅਲ ਕਾਮਨ ਲੈ ਲਿਆ ਇੱਥੇ ਰਹਿ ਗਿਆ n-2 ਤੇ ਇਹ ਆਪਣੇ ਕੋਲ ਆਨਸਰ ਆ ਗਿਆ ਮੈਂ ਬਣਾਇਆ ਜੀ ਬੁੱਕ ਵਾਲੇ ਨੇ ਬਣਾਇਆ ਦਿੱਤਾ ਯਾਦ ਰੱਖ ਲਈ ਬਣਾਉਣਾ ਬਣਾ ਲਓ ਜੇ ਯਾਦ ਰੱਖਣਾ ਯਾਦ ਰੱਖੋ ਗੱਲ ਕਲੀਅਰ ਹੋ ਗਈ ਹੁਣ ਇੱਕ ਇਹੋ ਜਿਹਾ ਫਾਰਮੂਲਾ ਦੱਸੂਗਾ ਜੇ ਤੁਸੀਂ ਉਹਨੂੰ ਡਾਇਰੈਕਟ ਕਰਨਾ ਚਾਹੋ ਬਾਕੀ ਜੇ ਤੁਸੀਂ ਪੂਰੇ ਮੈਥਡ ਨਾਲ ਕਰਨਾ ਚਾਹੋਗੇ ਬਹੁਤ ਲੰਬਾ ਟਾਈਮ ਲੱਗ ਜੂਗਾ ਜੀ ਉਸ ਤੇ ਪਰ ਜੇ ਤੁਸੀਂ ਫਾਰਮੂਲਾ ਯਾਦ ਕਰੋਗੇ ਤਾਂ ਜਸਟ 2 ਜਾਂ 5 ਸੈਕਿੰਡ ਦੇ ਵਿੱਚ ਤੁਸੀਂ ਉਹ ਕੁਐਸਚਨ ਸੋਲਵ ਕਰ ਲਓਗੇ n ਡਿਜਿਟਸ ਨਹੀਂ ਸਾਡੇ ਕੋਲ ਮੰਨ ਲਓ ਆਪਣੇ ਕੋਲ ਕੋਈ ਟਰਮ ਹੈ ਹਾਂ ਸਿੰਬਲ ਹੈ ਕਿ 5 ਡਿਜਿਟ ਦਾ ਇੱਕ ਨੰਬਰ ਬਣਾਇਆ ਸੀ ਜਾਂ n digits ਨੇ sum of n digit number is found by them ਉਹਦਾ ਭੋਜਿਆ 5 ਡਿਜਿਟ ਨਹੀਂ 5 ਡਿਜਿਟ ਤੋਂ ਜਿੰਨੇ ਵੀ ਨੰਬਰ ਬਣਨਗੇ ਚਾਹੇ 1 ਡਿਜਿਟ ਬਣਾਉਣਾ ਚਾਹੇ 2 ਡਿਜਿਟ ਚਾਹੇ 3 ਡਿਜਿਟ ਚਾਹੇ 4 ਡਿਜਿਟ ਚਾਹੇ 5 ਡਿਜਿਟ ਠੀਕ ਹੈ ਨੰਬਰ ਬਣਾਉਣਾ ਤਾਂ ਸਾਰਿਆਂ ਦਾ ਸਮ ਪਤਾ ਹੋਣਾ ਚਾਹੀਦਾ ਸਾਨੂੰ ਪਹਿਲਾਂ ਤਾਂ ਡਿਜਿਟ ਬਣਨ ਨੰਬਰ ਬਣਨਗੇ ਠੀਕ ਹੈ ਫਿਰ ਉਹਨਾਂ ਦਾ ਸਮ ਵੀ ਕਰਨਾ ਉਹਦਾ ਡਾਇਰੈਕਟ ਫਾਰਮੂਲਾ ਹੈ ਸਾਡੇ ਕੋਲ n-1 factorial sum of digits लगा के भी दिखाऊंगा ऊपर वाले क्वेश्चन पे into 1 plus 10 square up to 10 raised to power n-1 मतलब की होगा जी 5 डिजिट नहीं साडे कोल 5 minus 1 4 factorial इन्ना सारे डिजिट का सम करना है क्योंकि ये वंस प्लेस ते हो सकते ने ये टेंस प्लेस ते हो सकते ने 100 प्लेस ते हो सकते ने एवें करके ते किन्ने ऐड करने पावर एक घट 10 स्क्वायर 10 क्यूब 10 रेज़ टू पावर 4 ये सारी कैलकुलेशन करांगे की आ जाऊगा सम ऑफ दैट ऑल नंबर जिन्ने नंबर बनते सी सारे दा सम आ जाऊगा साडे कोल सारे दा सम आ जाऊगा साडे कोल बाकी जिन्ने 1 डिजिट बनणगे जिन्ने 2 डिजिट बनणगे जिन्ने वैसे कल्ले कल्ले बनाने दा बहुत औखे है जी ये सीधा फॉर्मूला बड़ा सौखा फॉर्मूला है ਹੁਣ ਇੱਕ ਹੋਰ ਫਾਰਮੂਲਾ ਦੱਸਦਾ ਹਾਂ ਮੈਂ ਤੁਹਾਨੂੰ ਬਹੁਤ ਵਧੀਆ ਫਾਰਮੂਲਾ ਦੱਸੂਗਾ ਹੁਣ ਧਿਆਨ ਨਾਲ ਸੁਣ ਲਿਓ ਉਹ ਦੋ ਤਰੀਕੇ ਨਾਲ ਹੈ ਐਫਪੀਸੀ ਮੈਥਡ ਵੀ ਹੈ ਫੰਡਾਮੈਂਟਲ ਪ੍ਰਿੰਸੀਪਲ ਆਫ ਕਾਊਂਟਿੰਗ ਇੱਕ ਪਰਮੋਟੇਸ਼ਨ ਹੈ ਪਰ ਮੈਨੂੰ ਉਹਦੇ ਚ ਐਫਪੀਸੀ ਸੌਖਾ ਲੱਗਦਾ ਹੁੰਦਾ ਮੈਂ ਤੁਹਾਨੂੰ ਦੋਨੋਂ ਦੱਸੂਗਾ ਤੁਹਾਨੂੰ ਜਿਹੜਾ ਸੌਖਾ ਲੱਗੇ ਤੁਸੀਂ ਉਹ ਕਰ ਲਿਓ n ਡਿਜਿਟ ਨੰਬਰ ਬਣਾਉਣਾ ਹੈ ਅਸੀਂ ਹੁਣ जीरो है नहीं साडे कोल उन्हां दे विच नंबर ऑफ आर डिजिट नंबर आर फाउंड जे जीरो है नहीं फिर साडा कोई रोल नहीं जी जिवें मर्जी जिथे मर्जी जेड़ा मर्जी नंबर लगा सकते हैं तो NPR साडा फॉर्मूला बन जाऊगा फिर कोई रोल नहीं पर जे जीरो हैगी है फिर रोल है फिर रोल की है मैं तुहानूं पहला एग्जांपल पहला मैं परमोटेशन वाला मैथड लगाउणा देखो साडे कोल मान लो किन्ने मर्जी डिजिट का नंबर है पहला असीं टोटल परमोटेशन फाइंड करांगे जिन्होंने n फैक्टोरियल या NPN कहांगे NPR कह लो ठीक है क्योंकि R ही नंबर का बनाउणा है NPR फिर असीं कहने भी इस प्लेस ते जीरो नहीं लगनी चाहिए असीं ये कहने पर असीं लाती असी की कर ली ला ली जीरो लगा ली जी ये फिक्स हो गई पिछे किन्ने नंबर रह गए n-1 ते जगह भी किन्नी रह गई r-1 तो वो असी इहदे च की करते माइनस करते n-1 pr-1 ठीक है जी असी उस चीज भी लगा के असी की करती माइनस करती पहला असीं बिना लगाए माइनस किते इहनूं सोल्व करांगे बुक वाले दा फॉर्मूला बन जूगा साडे कोल जे दोनों चीज़ों नूं सोल्व कर जे कौन तां करदा ने सोल्व करोगे तो यही फॉर्मूला बन जू पर असीं मैनूं ये मैथड औखा लगदा है मैं की करदा मैं FPC लगाउणा है
FPC ਚ ਪਹਿਲੇ ਹੀ ਕਾਂਟ ਹੀ ਮਾਰ ਦੇਣੇ ਵੀ ਮੈਂ ਤਾਂ 0 ਇਸ ਪਲੇਸ ਤੇ ਲਗਾਉਂਦਾ ਹੀ ਨਹੀਂ, ਕਰੋ ਜਿਹੜਾ ਕੁਝ ਕਰਨਾ ਹੈ ਤੁਸੀਂ। ਬਾਕੀ ਇੱਥੇ ਮੈਂ ਜਿਹੜੇ ਨੰਬਰ ਨੇ ਉਹਨਾਂ ਦੇ ਚ ਕੋਈ ਵੀ ਮਰਜ਼ੀ n-1 ਨੰਬਰ ਲਗਾ ਦੂੰਗਾ। ਬਾਕੀ ਨੰਬਰ ਨੇ ਜਿਹੜੇ n-1 ਉਹਨਾਂ ਚ ਕੋਈ ਵੀ ਇੱਕ ਨੰਬਰ ਲਗਾ ਲੂ, ਪਰ 0 ਨਹੀਂ ਲਗਾਉਂਦਾ। ਕਲੀਅਰ ਹੋ ਗਈ ਗੱਲ। ਹੁਣ ਅਗਲੇ ਚ ਜਿਹੜਾ ਨੰਬਰ ਇੱਥੇ ਫਿੱਟ ਹੋ ਗਿਆ ਜੀ, ਜਗ੍ਹਾ ਵੀ ਇੱਕ ਘਟ ਗਈ, ਨੰਬਰ ਵੀ ਇੱਕ ਘਟ ਗਿਆ, ਮੈਂ ਉਹਦੀ ਪਰਮੋਟੇਸ਼ਨ ਲਗਾ ਲਈ। ਮੈਂ ਆਹ ਲਗਾਉਣਾ ਹੁੰਦਾ ਮੈਂ, ਇਹਦੇ ਨਾਲ ਮੈਨੂੰ ਸੌਖੀ ਜਾਣਕਾਰੀ ਹੁੰਦੀ ਹੈ। ਮੈਂ ਤੁਹਾਨੂੰ ਇੱਕ ਕੁਐਸਚਨ ਕਰਕੇ ਦਿਖਾਉਣਾ ਨੈਕਸਟ ਪੇਜ ਤੇ, ਜੇ ਸਕਰੀਨਸ਼ਾਟ ਲੈਣਾ ਕਿਸੇ ਨੇ ਲੈ ਲਓ। ਮੈਂ ਇੱਕ ਕੁਐਸਚਨ ਬਣਾਉਣਾ ਤੁਹਾਨੂੰ, ਫਿਰ ਸਮਝ ਆ ਜੂਗੀ ਗੱਲ। दस मिनट रह गए साढ़े को। देखो मेरे को कुछ नंबर्स ने 2 4 3 6 0। मैंने 3 डिजिट नंबर बनाना है, नॉट रिपीटेड। मान लो मैं FPC मैथड लगाना है। पहला मैं कहता मैं तो इतने 0 लगाउंदा नहीं सी, तो मैं चारों च जिहड़ा मर्जी नंबर लगा लिया। मैं कोई भी एक नंबर मैंने इतने फिट करता, मान लो 2 करता, पिछे भी किन्ने रह गए, 4 रह गए। इस जगह ते चारों च जिहड़ा मर्जी नंबर लगाता, इस जगह च तिन्ना च जिहड़ा मर्जी नंबर लगाता, 16 ती 48 हो गई। मेरे को 48 तरह के नंबर बन जाए। हुण मैं लगाऊंगा परमोटेशन वाला मैथड। पहला मैंने लगा लिया भी 5 च जिहड़ा मर्जी नंबर हमारे परमोटेशन के अकॉर्डिंग 5p3, 5 नंबर ने, 5 नूं 3 जगह ते सैट कर लई। 5p3 हो गया, 5 - 3 2 हो गया, 5 × 4 × 3 × 2 हो गया, नीचे 2 सी, 2 नाल 2 कैंसल, 5 जगह 20 दी 60 हो गया। फिर मैं कहता भी इतने 0 लगा ली, एक फिक्स करता। पिछे नंबर जगह रह गई 2 ते नंबर रह गए 4, 4p2 रह गए। ठीक है, 4p2 के अकॉर्डिंग की हो गया 4 फैक्टोरियल अपॉन 2 फैक्टोरियल, 4 × 3 × 2 अपॉन ए माइनस करके कितना 4 के 12, ये 12। बाकी टोटल परमोटेशन आ गई सी 60, 0 लगा के वाली आ गई 12, तो 60 - 12 कितनी आ गई 48। ये है परमोटेशन वाला मैथड जी। दूसरा पहला मेरा है FPC, मैं 0 पहले ही कटती जी, भी मैं 0 तो लाउंदा नहीं इस जगह ते, फिर उसके अकॉर्डिंग ही अरेंजमेंट सैट करते FPC वाले मैथड। मेरा सीधा आंसर आता है। परमोटेशन वाले मैंने 2 बार करना पू, पहला टोटल लभने पैणगे, फिर 0 लगा के लभने पैणगे, फिर माइनस करने पैणगे। गल समझ आ गई तुहानूं इस चीज की? जे डाउट है तो दस दो किसी ने। ये सी पिछे जिहड़ा फॉर्मूला सी मैं तुहानूं दस्सिया जिहड़ी ये गल। एक टॉपिक हो रहा है जिहदा सर्कुलर परमोटेशन कर ही लईए। सर्कल दे विच बंदे अरेंजमेंट करनी है बंदियां दी। आ सर्कल है जी, इस विच बंदे अरेंज करने, n बंदे ने। देखो सर्कल का ना तो कोई बिगनिंग पॉइंट है ना कोई एंड पॉइंट होता है। तो असीं एक बंदे नूं जाके कहने तू बह जाके पहला, ਉਹੀ ਉਹਨਾਂ ਦਾ ਐਂਡ ਤੇ ਬਿਗਨਿੰਗ ਪੁਆਇੰਟ ਬਣ ਜਾਂਦਾ। ਪਿੱਛੇ ਬੰਦੇ ਜਿਹੜੇ ਰਹਿ ਗਏ n-1 ਉਹਨਾਂ ਦੀ ਅਰੇਂਜਮੈਂਟ ਦੇਖ ਲੈਣੇ, ਤਾਂ ਇਹ ਫਾਰਮੂਲਾ ਬਣ ਜਾਂਦਾ n-1 ਫੈਕਟੋਰੀਅਲ ਜੀ, n-1 ਫੈਕਟੋਰੀਅਲ। ਇਹਦਾ ਬੰਦੇ ਬੈਠਣਾ ਕਿ ਬੰਦੇ ਅਲੱਗ-ਅਲੱਗ ਹੁੰਦੇ, ਉਹ ਕਿਵੇਂ ਵੀ ਬੈਠ ਸਕਦੇ ਨੇ, ਕਲੋਕਵਾਈਜ਼ ਵੀ ਬੈਠ ਸਕਦੇ ਨੇ, ਐਂਟੀ ਕਲੋਕਵਾਈਜ਼। ਤਾਂ ਉਹਨਾਂ ਦੀ ਪਰਮੋਟੇਸ਼ਨ ਦਾ ਫਾਰਮੂਲਾ ਹੋ ਗਿਆ n-1 ਫੈਕਟੋਰੀਅਲ। ਜੇ ਇਸੇ ਤਰ੍ਹਾਂ ਅਸੀਂ ਨੈਕਲਸ ਬਣਾਉਣਾ ਹੋਏ, ਬੀਡਸ ਯੂਜ਼ ਕਰਨੇ ਹੋਣ, क्योंकि बीड्स नूं असीं सेम मानते हैं नैकलेस, तो उत्थे परमोटेशन चेंज हो जाती है, क्योंकि उत्थे एंटी क्लोकवाइज ते क्लोकवाइज की डिस्टिंक्शन नहीं रहती। तो रहती n-1 फैक्टोरियल बाय 2। 2 मतलब एंटी क्लोकवाइज ते क्लोकवाइज नूं असीं छड्ड लाने, उस करके हाफ रह जाती अपने कोल परमोटेशन। इहनूं कहंदे सर्कुलर परमोटेशन। ये सी साडा परमोटेशन दा टॉपिक जी, ਜਿਹੜੀ मैं तुहानूं गल समझा रहा सी परमोटेशन के अकॉर्डिंग सर्कुलर परमोटेशन। ठीक है, आप बाकी टॉपिक असीं अगे वैसे शॉर्टकट आलमोस्ट हो ही गए, तो कॉम्बीनेशन स्टार्ट करांगे कल नूं, वो भी सौखा ही लगूगा परमोटेशन की तरह। फिर मैं दोनों च फर्क चंगी तरह दसू की डिस्टिंक्शन है जिहड़ी कि स्टूडेंट नूं नहीं पता। जे कोई इस टॉपिक डाउट लगता तो दस दो जी, भी साडे कोल टाइम रह गया, हले 4 मिनट पे ने।
जे किसी सर स्टूडेंट को ये जो डाउट है। क्वेश्चन करवाया था ना, अपनी एग्जांपल करवाई थी कि मतलब यहाँ पे जीरो नहीं लेते एफपीसी वाले फॉर्मूले से, जिसका आंसर 48 आया था। हाँ ये जी, एक बार रिपीट कर दो। हाँ ਜਿਹੜਾ ਐਫਪੀਸੀ ਮੈਥਡ ਅਸੀਂ ਸਾਨੂੰ ਪਤਾ ਜਿਹੜੀ ਅਸੀਂ ਪਹਿਲੀ ਪੋਜੀਸ਼ਨ ਹੈ ਜੀ ਉੱਥੇ ਅਸੀਂ ਜ਼ੀਰੋ ਨਹੀਂ ਲੈਂਦੇ। ਕਿਉਂ ਨਹੀਂ ਲੈਂਦੇ? ਕਿਉਂਕਿ ਜ਼ੀਰੋ ਲੈਣ ਦੇ ਨਾਲ ਆਪਣੇ ਕੋਲ ਕੀ ਹੋ ਜਾਂਦਾ 3 ਡਿਜਿਟ ਨੰਬਰ ਰਹਿ ਜੂਗਾ ਜੀ ਸਾਡੇ ਕੋਲ। ਤਾਂ ਇਸ ਕਰਕੇ ਅਸੀਂ ਜ਼ੀਰੋ ਪਹਿਲਾਂ ਕੱਟ ਕਰਤੀ। ਸਾਡੇ ਕੋਲ ਪਿੱਛੇ ਕਿਹੜੇ ਨੰਬਰ ਹੈਗੇ? 4 ਨੰਬਰਾਂ 'ਚ ਕੋਈ ਵੀ ਨੰਬਰ ਮੈਂ ਯੂਜ਼ ਕਰ ਸਕਦਾ। ਤਾਂ 4 ਹੋ ਗਈ ਉਸ ਜਗ੍ਹਾ ਦੀ ਪਰਮੋਟੇਸ਼ਨਲ ਅਰੇਂਜਮੈਂਟ। ਫਿਰ ਹੁਣ ਅੱਗੇ ਤਾਂ ਸਾਨੂੰ ਜ਼ੀਰੋ ਨਾਲ ਉਹ ਨੰਬਰ ਮੰਨ ਲਓ 2 ਫਿੱਟ ਕਰਤਾ ਮੈਂ ਫੋਰ ਐਗਜ਼ਾਮਪਲ। ਹੁਣ ਤਾਂ ਮੈਂ ਪਿੱਛੇ ਵਾਲੇ 4 ਨੰਬਰ ਯੂਜ਼ ਕਰ ਹੀ ਸਕਦਾ ਨਾ, ਹੋਰ ਦੂਸਰੇ ਜਿਹੜੇ ਰਹਿ ਗਏ। ਹੁਣ ਤਾਂ ਮੈਂ ਜ਼ੀਰੋ ਯੂਜ਼ ਕਰ ਸਕਦਾ। ਤਾਂ ਚਾਰਾਂ 'ਚ ਕੋਈ ਵੀ ਨੰਬਰ ਲਗਾ ਲਏ ਦੂਸਰੀ ਪਲੇਸ ਤੇ, ਫਿਰ ਇੱਕ ਹੋਰ ਘਟ ਗਿਆ, ਤਿੰਨਾਂ 'ਚ ਕੋਈ ਮਰਜ਼ੀ ਨੰਬਰ ਲਗਾ ਲਏ। 48 ਹੋ ਗਏ ਐਫਪੀਸੀ ਦੇ ਮੈਥਡ ਦੇ। ਠੀਕ ਹੈ। ਜੇ ਪਰਮੋਟੇਸ਼ਨ ਦੇ ਕੇਸ 'ਚ ਪਹਿਲਾਂ ਮੈਨੂੰ ਟੋਟਲ ਪਰਮੋਟੇਸ਼ਨ ਫਾਈਂਡ ਕਰਨੀ ਪੈਂਦੀ ਹੈ। ਜਿਵੇਂ ਆ ਕਰਤੀ, 5 ਨੰਬਰ ਨੇ, 3 ਜਗ੍ਹਾ ਨੇ, 5p3, ਇਹ ਟੋਟਲ ਪਰਮੋਟੇਸ਼ਨ ਹੋ ਗਈ। ਫਿਰ ਮੈਂ ਉਹ ਪਰਮੋਟੇਸ਼ਨ ਮਾਈਨਸ ਕਰਤੀ ਜਿਹੜੀ ਜ਼ੀਰੋ ਲਗਾ ਕੇ ਹੋਈ ਹੈ। ਬਾਕੀ ਫਸਟ ਪੋਜੀਸ਼ਨ ਤੇ ਜ਼ੀਰੋ ਲੱਗ ਗਈ, ਉਹਦੀ ਤਾਂ ਹੋ ਗਈ 1 ਫਿਕਸ ਹੋ ਗਈ। ਬਾਕੀ 4 ਜਗ੍ਹਾ 4 ਨੰਬਰ ਹੈਗੇ, 2 ਪਲੇਸਿਸ ਰਹਿ ਗਈਆਂ 4p2, ਇਹ ਜ਼ੀਰੋ ਵਾਲੀ ਪਰਮੋਟੇਸ਼ਨ ਹੋ ਗਈ। ਇਹ ਮੈਂ ਫਿਰ ਇਹ ਚੋਂ ਮਾਈਨਸ ਕਰਤੀ ਜ਼ੀਰੋ ਵਾਲੀ, ਤਾਂ 48 ਰਹਿ ਗਈ ਸਾਡੇ। ਇਹ ਸੀ ਸਾਡੇ ਕੋਲ। ਮੇਰੇ ਖਿਆਲ ਸਮਝ आ गया होना जी ये चीज। सर ये एफपीसी वाला फॉर्मूला तो आपने एक तरह से ये बनाया था ना, n-1 इंटू n-1 p परमुटेशन r-1। हाँ जी, आ देखो ये 5 सी जी, 5 च एक माइनस हो गया, 5 -1 हो गई। हाँ जी सर। ठीक है। पिछों की हो आ गया। गया अपने को, जे परमोटेशन लगानी है तो ऊपर की आ जाएगा अपने को 4 × 3 रह गई अपने को 5 - 1 p r-1, r-1 मीनस 3 - 1 हो गई। तो हम इन्हें खोलो ही की बन गया 4p2 आ गई। 4 फैक्टोरियल अपॉन 2 फैक्टोरियल आ गई। इन्हों खोलांगे 4 × 4 × 3, 2 नाल 2 नीचे कैंसिल हो गया। देखो पूरा सेम ही बन गई। देखो एफपीसी। सर हाँ जी ठीक है। ठीक है। उत्थे मैं चलो ठीक है, फिर परमोटेशन च मैंने लिखता सी जी। क्यों लिखना पिया? क्योंकि उत्थे नंबर n सी ना जी, n नूं मैं बार-बार घटा नहीं ना सकदा। n - 1 n - 2 n - 3 n - 4 है फॉर्मूले च। ठीक है सर। ਇੱਥੇ ਮੇਰੇ ਕੋਲ ਪਾਰਟਿਕੂਲਰ ਨੰਬਰ ਨੇ। ਠੀਕ ਹੈ। ਜੇ ਮੰਨ ਲਓ 10 ਹੁੰਦੇ 10 ਤੱਕ ਵੀ ਜਾ ਸਕਦਾ ਸੀ। 9 8 7 6 5 4 3 2 ਐ ਲਿਖ ਲਾਂਦਾ। ਹੁਣ ਉੱਥੇ n ਨੇ, n ਨੂੰ ਮੈਂ ਕਿੱਥੋਂ ਤੱਕ ਲਿਖਦਾ ਜੀ? ਕਰਕੇ ਉੱਥੇ ਪਰਮੋਟੇਸ਼ਨ 'ਚ ਹੀ ਲਿਖ ਲਿਆ ਅੱਗੇ ਵਾਲਾ ਫਾਰਮੂਲਾ ਮੈਂ। ਮੈਂ ਕਿਹਾ ਇਸ ਚੀਜ਼ ਨੂੰ ਮੈਂ ਪਰਮੋਟੇਸ਼ਨ 'ਚ ਪਾਤਾ। ठीक है सर, हो गया क्लियर सर। ਠੀਕ ਹੈ ਜੀ। ਚਲੋ ਜੀ, ਐਂਡ ਵੀ ਹੋਣ ਵਾਲੀ ਹੈ ਜੀ ਆਪਣੀ। ਹੋਰ ਦੱਸੋ ਜੇ ਕੋਈ ਪਿਆ ਕਿਸੇ ਡਾਊਟ? ਨਹੀਂ ਹੈ ਜੀ?